ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਗਨ ਨ ਕੇ ਨਾਸਕ ਬਿਗਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਮ ਬਾਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਣ ਸੋਏ ਏਕ ਓੰਕਾਰਾ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਇਤਿਆਦਿਕ ਸੁਣ ਕੇ ਨਰ ਸਾਰੇ। ਹਸੇ ਪਰਸ ਪਰ ਤਰਕ ਉਚਾਰੇ। ਇਹ ਮੂਰਖ ਕਛ ਜਾਣੈ ਨਾਹੀ। ਸਾਧ ਗ੍ਰਾਮ ਨਿੰਦ ਕੋ ਪਾਹੀ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰਿਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਿਆਦਿਕ ਸੁਣ ਕੇ ਨਰ ਸਾਰੇ। ਹਸੇ ਪਰਸ ਪ੍ਰਭ ਤਰਕ ਉਚਾਰੇ। ਕਵਿਰਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਭਾਈ ਕਲਿਆਣਾ ਜੀ ਉਹ ਮੰਡੇ ਰਿਆਸਤ ਵਿੱਚ ਪਹੁੰਚੇ ਨੇ ਕਿ ਉੱਥੋਂ ਕਾਰਪੇਟਾ ਲਿਆ ਕੇ ਅੰਮ੍ਰਿਤ ਸਰੋਵਰ ਦੇ ਜਿਹੜੀਆਂ ਪੌੜੀਆਂ ਨੇ ਉਹ ਪੱਕੀਆਂ ਕਰਵਾਉਣੀਆਂ ਔਰ ਉੱਥੋਂ ਦੇ ਰਾਜੇ ਨੇ ਆਪ ਉਹ ਅਸ਼ਟਮੀ ਦਾ ਵਰਤ ਰੱਖਦਾ ਹੈ ਔਰ ਸਾਰੀ ਪ੍ਰਜਾ ਦੇ ਵਿੱਚ ਹੁਕਮ ਕੀਤਾ ਅੱਜ ਦੇ ਦਿਨ ਕੋਈ ਅੱਗ ਨਹੀਂ ਬਾਲੇਗਾ, ਸਾਰੇ ਵਰਤ ਰੱਖਣਗੇ, ਸਾਰੇ ਸਾਲਗ੍ਰਾਮ ਠਾਕੁਰ ਦੇ ਕੋਲ ਆ ਕੇ ਮੱਥਾ ਟੇਕਣਗੇ, ਉੱਥੇ ਮੱਥਾ ਟੇਕ ਕੇ ਫਿਰ ਆਪਣੇ ਵਰਤ ਨੂੰ ਤੋੜਨਗੇ। ਪਰ ਭਾਈ ਕਲਿਆਣਾ ਜੀ ਉਹਨਾਂ ਨੇ ਚੁੱਲ੍ਹਾ ਵੀ ਬਾਲਿਆ, ਪ੍ਰਸ਼ਾਦਾ ਵੀ ਛਕਿਆ ਔਰ ਜਦੋਂ ਪ੍ਰਸ਼ਾਦਾ ਛਕਦੇ ਨੇ ਚੁੱਲ੍ਹਾ ਬਾਲਦੇ ਨੇ ਫਿਰ 1 2 4 ਕਈ ਜਣੇ ਇਕੱਠੇ ਹੋ ਕੇ ਤੇ ਜਦੋਂ ਪੁੱਛਦੇ ਨੇ ਭਾਈ ਤੂੰ ਹੈ ਕੌਣ, ਪਰਦੇਸੀ ਲੱਗਦਾ ਹੈ, ਅੱਜ ਤੇ ਰਾਜੇ ਦਾ ਹੁਕਮ ਸੀ ਅਸੀਂ ਸਾਰੇ ਵਰਤ ਰੱਖਣੇ, ਵਰਤ ਰੱਖਣਾ ਚਾਹੀਦਾ ਸੀ। ਭਾਈ ਕਲਿਆਣਾ ਜੀ ਕਹਿੰਦੇ ਨੇ ਭਾਈ ਅਸੀਂ ਰੋਜ਼ ਹੀ ਵਰਤ ਰੱਖਣੇ, ਸਾਡੇ ਠਾਕੁਰ ਜਿਹੜੇ ਨੇ ਉਹ ਬੋਲਦੇ ਨੇ, ਸਾਡੇ ਠਾਕੁਰ ਸਾਡੀ ਗੱਲ ਦਾ ਜਵਾਬ ਦਿੰਦੇ ਨੇ, ਸਾਡੇ ਠਾਕੁਰ ਸਾਡੇ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਔਰ ਗੁਰੂ ਅਰਜਨ ਦੇਵ ਜੀ ਦੇ ਜਿੰਨੇ ਸਿੱਖ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਉਹ ਸਾਰੇ ਵਰਤ ਰੱਖਦੇ ਨੇ ਭਾਈ, ਰੋਜ਼ ਹੀ ਰੱਖਦੇ ਨੇ। ਔਰ ਇਹ ਗੱਲਾਂ ਸੁਣ ਕੇ ਲੋਕ ਹੱਸਦੇ ਨੇ ਕਿ ਰੋਜ਼ ਵਰਤ ਕੌਣ ਰੱਖ ਸਕਦਾ, ਕਿਉਂਕਿ ਜਿਹਨੂੰ ਵਰਤ ਉਹ ਸਮਝਦੇ ਨੇ ਕਿ ਰੋਟੀ ਛੱਡ ਦੇਣਾ ਵਰਤ ਹੈ। ਪਰ ਭਾਈ ਕਲਿਆਣਾ ਜੀ ਨੇ ਸਮਝਾਇਆ ਵੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਸੀਂ ਇਹਨਾਂ ਦਾ ਵਰਤ ਰੱਖਣੇ, ਇਹਨਾਂ ਨੂੰ ਛੱਡਣ ਦਾ ਵਰਤ ਰੱਖਣੇ। ਅਸੀਂ ਪ੍ਰਸ਼ਾਦਾ ਛਕਣੇ ਵੀ ਹੈ, ਛਕਣੇ ਵੀ ਵਰਤ ਦੀ ਤਰ੍ਹਾਂ ਥੋੜ੍ਹੇ ਛਕਣੇ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬਹੁਤਾ ਖਾਣ ਵਾਲਿਆਂ ਨੇ ਵੀ ਬਹੁਤ ਸਾਰੇ ਬਚਨ ਕਹੇ ਨੇ ਔਰ ਜਿਹੜੇ ਛੱਡ ਕੇ ਸਭ ਕੁਝ ਤਿਆਗੀ ਹੋ ਜਾਂਦੇ ਨੇ ਉਹਨਾਂ ਲਈ ਬਚਨ ਕਹੇ ਨੇ। ਪੂਰੇ ਬਚਨ ਕਈ ਵਾਰੀ ਸਾਂਝੇ ਵੀ ਕੀਤੇ ਕਿ ਜਿਹੜਾ ਕੇਵਲ ਤੇ ਕੇਵਲ ਜੀਵਨ ਇਸੇ ਕਰਕੇ ਬਤੀਤ ਕਰਦੇ ਨੇ ਅਸੀਂ ਖਾਣ ਵਾਸਤੇ ਆਏ, ਖਾਣਾ ਹੀ ਹੈ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਧੋਤੇ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ, ਕਿ ਭਾਈ ਤੂੰ ਗਧਾ ਥੋੜ੍ਹੀ ਹੈ,
कि गधे की तरह पेट भरी जाना भरी जाना भरी जाना, तो फिर जिथे वजन 60 किलो चाहिए उसे 120 किलो हो जाता है, कि 120 तो भी टप जाता है। और दूजे पासे ਜਿਹੜੇ ਵਰਤ ਰੱਖਦੇ ਨੇ ਉਹਨਾਂ ਨੂੰ ਕਹਿੰਦੇ ਨੇ ਛੋਡੇ ਅੰਨ ਕਰੇ ਪਖੰਡ। ਨਾ ਸੁਹਾਗਣ ਨਾ ਉਹ ਰੰਡ, ਸਾਡੇ ਗੁਰੂ ਨੇ ਸਾਨੂੰ ਸਮਝਾਇਆ ਭਈ ਵਰਤ ਵੀ ਰੱਖਣਾ ਹੈ, ਅੰਨ ਵੀ ਨਹੀਂ ਛੱਡਣਾ, ਤੇ ਵਰਤ ਬੁਰਾਈਆਂ ਵਾਲੇ ਪਾਸੋਂ ਰੱਖਣਾ ਹੈ। ਕਹਿੰਦੇ ਇਤਿਆਦਿਕ ਸੁਣ ਕੈ ਨਰ ਸਾਰੇ, ਹਸੇ ਪਰਸ ਪਰ ਤਰਕ ਉਚਾਰੇ। ਭਾਈ ਕਲਿਆਣਾ ਜੀ ਦੇ ਬਚਨ ਸੁਣ ਕੇ ਸਾਰੇ ਹੱਸਦੇ ਨੇ, ਤੇ ਫਿਰ ਆਪਸ ਵਿੱਚ ਗੱਲਾਂ ਕਰਦੇ ਕਰਦੇ ਕੁਝ ਵਿੱਚੋਂ ਬੋਲ ਕੇ ਕਹਿੰਦੇ ਨੇ ਨਹੀਂ, ਕਹਿੰਦੇ ਇਹ ਮੂਰਖ ਕਿਸ ਜਾਣੈ ਨਾਹੀ, ਸਾਲ ਗ੍ਰਾਮ ਨਿੰਦ ਕੋ ਪਾਹੀ। ਕਹਿੰਦੇ ਤੇ ਮੂਰਖ ਲੱਗਦਾ ਕੋਈ, ਇਹ ਤੇ ਸਾਲ ਗ੍ਰਾਮ ਬਾਰੇ ਨਹੀਂ ਜਾਣਦਾ। ਔਰ ਵਿੱਚੋਂ ਕੋਈ ਬੋਲ ਕੇ ਕਹਿੰਦਾ ਜਾਣਦਾ ਤੇ ਪਤਾ ਨਹੀਂ ਹੈ ਕਿ ਨਹੀਂ, ਪਰ ਇਹਨੇ ਸਾਲ ਗ੍ਰਾਮ ਦੀ ਨਿੰਦਿਆ ਕੀਤੀ ਹੈ, ਇਹਨੇ ਸਾਲ ਗ੍ਰਾਮ ਨੂੰ ਪੱਥਰ ਕਿਹਾ ਹੈ। ਪਾਹਣ ਕੇਰ ਸਮਾਨ ਬਖਾਨੇ, ਨਹਿ ਮਹਿਮਾ ਕੋ ਮਨ ਮਹਿਮਾਨੇ। ਕਹਿੰਦੇ ਇਹ ਪਾਹਣ ਕੇਰ ਸਮਾਨ ਬਖਾਨੇ, ਇਹ ਕਹਿੰਦੇ ਸਾਲਗ੍ਰਾਮ ਦੇ ਪੱਥਰ ਹੈ। ਇਹ ਸਾਡੇ ਠਾਕੁਰ ਨੂੰ ਪੱਥਰ ਕਹਿ ਰਿਹਾ ਹੈ, ਇਹ ਸਾਡੇ ਠਾਕੁਰ ਦੀ ਮਹਿਮਾ ਨੂੰ ਜਾਣਦਾ ਨਹੀਂ। ਬਿਦਤ ਬਾਤ ਪੁਰ ਮੈਂ ਭਈ ਸਾਰੇ, ਮਹਿ ਪਾਲਕ ਟਿਗ ਜਾਏ ਉਚਾਰੇ। ਇਹ ਗੱਲ ਹੌਲੀ ਹੌਲੀ ਸਾਰੇ ਨਗਰ ਵਿੱਚ ਫੈਲ ਗਈ। ਗੱਲ ਚਲਦਿਆਂ ਚਲਦਿਆਂ ਰਾਜੇ ਤੱਕ ਪਹੁੰਚ ਗਈ ਕਿ ਕੋਈ ਪਰਦੇਸੀ ਆਇਆ ਹੈ, ਉਹ ਤਾਂ ਸਾਡੇ ਸਾਲਗ੍ਰਾਮ ਨੂੰ ਠਾਕੁਰ ਨੂੰ ਪੱਥਰ ਕਹਿ ਰਿਹਾ ਹੈ। ਇੱਕ ਵਿਦੇਸੀ ਨਰਪੁਰੇ ਆਇਓ, ਹਿੰਦੂ ਜਨਮ ਹੋਰ ਧਰਮ ਨਾ ਭਾਇਓ। ਰਾਜੇ ਨੂੰ ਜਾ ਕੇ ਕਿਸੇ ਨੂੰ ਦੱਸਿਆ ਕਿ ਕੋਈ ਵਿਦੇਸ਼ੀ ਆਇਆ ਹੈ, ਔਰ ਲੱਗਦਾ ਹੈ ਉਹਦਾ ਜਨਮ ਵੀ ਹਿੰਦੂ ਘਰ ਦੇ ਵਿੱਚ ਹੋਇਆ, ਪਰ ਹਿੰਦ ਜਨਮ ਔਰ ਧਰਮ ਨਾ ਪਾਇਓ। ਹਿੰਦੂ ਧਰਮ ਨੂੰ ਚੰਗਾ ਹੀ ਨਹੀਂ ਲੱਗਦਾ, ਪਤਾ ਨਹੀਂ ਕਿਹੜੇ ਧਰਮ ਨੂੰ ਮੰਨਦਾ ਹੈ। ਸਾਧ ਗਰਾਮੇ ਤਰਕ ਕਰਨ ਤਾ, ਕਹਿ ਪਾਥਰ ਬ੍ਰਤ ਨਹੀਂ ਧਰੰਤਾ। ਕਿ ਰਾਜਾ ਜੀ ਉਹ ਤਾਂ ਸਾਲਗ੍ਰਾਮ ਦੀ ਨਿੰਦਿਆ ਬੜੀ ਕਰਦਾ ਹੈ, ਸਾਲਗ੍ਰਾਮ ਨੂੰ ਪੱਥਰ ਕਹਿੰਦਾ, ਵਰਤ ਵੀ ਨਹੀਂ ਰੱਖਦਾ। ਗੁਰ ਗੁਰ ਜਪੇ ਨ ਮਾਨੇ ਆਨ, ਤੁਮਰੇ ਆਗਿਆ ਧਰੀ ਨ ਕਾਨ। ਸਾਡੀ ਗੱਲ ਤੂੰ ਨੇ ਕਿੱਥੇ ਮੰਨਣੀ ਰਾਜਾ ਜੀ, ਤੁਹਾਡੀ ਗੱਲ, ਤੁਹਾਡਾ ਹੁਕਮ ਵੀ ਨਹੀਂ ਮੰਨਿਆ। ਤੁਹਾਡਾ ਹੁਕਮ ਸੀ ਵਰਤ ਰੱਖਣਾ ਹੈ, ਸਭ ਨੇ ਕ੍ਰਿਸ਼ਨ ਕ੍ਰਿਸ਼ਨ ਜਪਣਾ, ਭਾਵੇਂ ਕੋਈ ਹਰੇ ਕ੍ਰਿਸ਼ਨਾ ਕਵੇ, ਕ੍ਰਿਸ਼ਨਾ ਕ੍ਰਿਸ਼ਨਾ ਕਵੇ, ਪਰ ਕ੍ਰਿਸ਼ਨ ਜਪਣਾ ਹੈ। ਉਹ ਰਾਜਾ ਜੇ ਕ੍ਰਿਸ਼ਨ ਨਹੀਂ ਜੇ ਜਪਦਾ, ਵਰਤ ਇਹਨੇ ਕੋਈ ਨਹੀਂ ਰੱਖਿਆ। ਇਹ ਤਾਂ ਕੁਝ ਹੋਰ ਹੀ ਬੋਲਦਾ ਹੈ। ਇਹ ਤਾਂ ਆਪਣੇ ਗੁਰੂ ਨੂੰ ਵਾਹ ਵਾਹ ਕਹੀ ਜਾਂਦਾ ਕਿ ਵਾਹਿਗੁਰੂ 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 ਜਪੀ ਜਾਂਦਾ ਹੈ। ਨਿਰਭੈ ਬੋਲਤ ਸਭ ਕੇ ਸਾਥ, ਮਨੋ ਮੁਕਤ ਪਾਏ ਇਨ ਹਾਥ। ਔਰ ਦੂਸਰੀ ਗੱਲ ਇਹ ਹੈ ਕਿ ਰਾਜਾ ਜੀ ਉਹ ਤਾਂ ਸਾਰਿਆਂ ਦੇ ਨਾਲ ਬੋਲਦਾ ਵੀ ਬੜਾ ਨਿਰਭਉ ਹੋ ਕੇ ਹੈ, ਕਿਸੇ ਦਾ ਕੋਈ ਖੌਫ ਹੀ ਨਹੀਂ, ਡਰ ਹੀ ਨਹੀਂ। ਇਵੇਂ ਲੱਗਦਾ ਜਿਵੇਂ ਨੇ ਮੁਕਤੀ ਆਪਣੇ ਹੱਥ 'ਚ ਫੜੀ ਹੋਵੇ, ਇਵੇਂ ਲੱਗਦਾ ਜਿਵੇਂ ਜਿਉਂਦੇ ਮੁਕਤ ਹੋਇਆ ਹੋਵੇ। ਇਤਿਆਦਿਕ ਨ੍ਰਿਪ ਸੁਣ ਕੇ ਕ੍ਰੋਧਾ, ਕਹਿਓ ਬੁਲਾਵੋ ਕਿਆ ਤਿਸ ਬੁੱਧਾ। ਇਹ ਸੁਣ ਕੇ ਕਹਿੰਦੇ ਰਾਜਾ ਗੁੱਸੇ ਵਿੱਚ ਆ ਗਿਆ, ਔਰ ਗੁੱਸੇ ਵਿੱਚ ਆ ਕੇ ਕਹਿੰਦਾ ਕਿ ਲਿਆਓ ਭਈ ਉਹਨੂੰ ਬੁਲਾਓ, ਇੱਥੇ ਵੇਖੀਏ ਕਿ ਕਿਹੜਾ ਉਹਦੇ ਵਿੱਚ ਗਿਆਨ ਹੈ, ਕਿੰਨਾ ਕੁ ਗਿਆਨ ਜਾਣਦਾ ਹੈ। ਕਿਮ ਦੁਰਮਤ ਕੋ ਧਰ ਕਰ ਕਹਿ, ਬਿਨ ਠਾਕੁਰ ਤਿਹ ਕੋ ਗੁਰ ਕਹਿ। ਕਿ ਉਹ ਕਿਹੜੀ ਮੱਤ ਉਹਨੇ ਭੈੜੀ ਮੱਤ, ਦੁਰਮਤ ਭੈੜੀ ਮੱਤ ਧਾਰਨ ਕੀਤੀ ਹੈ, ਕਿ ਉਹ ਸਾਡੇ ਠਾਕੁਰ ਤੋਂ ਬਗੈਰ ਕਿਹੜਾ ਹੈ ਕਿ ਜਿਹੜਾ ਕਿਸੇ ਹੋਰ ਨੂੰ ਗੁਰੂ ਕਹਿੰਦਾ ਹੈ ਕਿ ਸਾਡਾ ਗੁਰੂ ਸਾਡਾ ਠਾਕੁਰ ਹੈ। ਇੱਕ ਨਾਰ ਆਏ ਹਕਾਰਿਓ ਤਾਹੀ, ਲੈ ਕਰ ਸੰਗ ਗਇਓ ਨ੍ਰਿਪ ਪਾਹੀ। ਉਹਨਾਂ ਵਿੱਚੋਂ ਇੱਕ ਆਇਆ ਸਿਪਾਹੀ, ਭਾਈ ਕਲਿਆਣਾ ਜੀ ਦੇ ਕੋਲ ਆ ਕੇ ਕਹਿੰਦਾ ਚੱਲ ਉੱਠ, ਰਾਜੇ ਨੇ ਬੁਲਾਇਆ ਹੈ। ਔਰ ਭਾਈ ਕਲਿਆਣਾ ਜੀ ਇਹ ਤਾਂ ਚਾਹੁੰਦਾ ਸੀ ਰਾਜੇ ਕੋਲ ਹੀ ਤੇ ਜਾਣਾ ਸੀ। ਭਾਈ ਕਲਿਆਣਾ ਜੀ ਉੱਠਿਆ, ਨਾਲ ਚੱਲ ਪਿਆ। ਕਰ ਬੰਧਨ ਬੈਠਿਓ ਟਿਕ ਜਾਏ,
ਜਿਸ ਤਰ੍ਹਾਂ ਸਭਾ ਲੋਕ ਸਮੁਦਾਏ ਭਾਈ ਕਲਿਆਣਾ ਜੀ ਗਏ, ਜਿਵੇਂ ਆਮ ਜਾਂਦੇ ਨੇ ਸਾਰਿਆਂ ਦੇ ਵਿੱਚ ਗਏ, ਜਾ ਕੇ ਰਾਜੇ ਨੂੰ ਨਮਸਕਾਰ ਕੀਤੀ ਔਰ ਆਪਣੇ ਆਪ ਹੀ ਬੈਠ ਗਏ। ਰਾਜੇ ਨੇ ਭਾਵੇਂ ਨਹੀਂ ਕਿਹਾ ਬੈਠਣ, ਸਾਰੇ ਬੈਠੇ ਸਨ। ਭਾਈ ਕਲਿਆਣਾ ਜੀ ਵੀ ਬੈਠ ਗਏ। ਪਿਕ ਮਹਿ ਪਾਲਕ ਰਿਸ ਕਰ ਕਹੈ, ਭਉ ਡਾਰ ਕੌਣ ਦੇਸ਼ ਤੂੰ ਰਹਿ। ਇਹ ਵੇਖ ਕੇ ਰਾਜਾ ਪਹਿਲੋਂ ਗੁੱਸੇ ਵਿੱਚ ਸੀ, ਹੋਰ ਗੁੱਸੇ ਵਿੱਚ ਆ ਗਿਆ ਕਿ ਬੈਠਣ ਨੂੰ ਕਿਸੇ ਨੇ ਕਿਹਾ ਨਹੀਂ, ਇਹ ਤਾਂ ਬੈਠ ਵੀ ਗਿਆ, ਇਹਨੂੰ ਡਰ ਕੋਈ। ਕਹਿੰਦੇ ਭਉ ਨਾਰ, ਇਹ ਬੰਦਿਆ, ਇਹ ਮਨੁੱਖ, ਕੌਣ ਦੇਸ਼ ਤੂੰ ਰਹੇ, ਕਿਹੜੇ ਦੇਸ਼ 'ਚ ਰਹਿੰਦਾ ਹੈ, ਕਿੱਥੋਂ ਆਇਆ ਹੈ। ਕਿਸ ਗੁਰ ਨੇ ਤੋ ਕੋ ਉਪਦੇਸ਼ਾ, ਕੌਣ ਧਰਮ ਕੋ ਧਾਰਿਓ ਬੇਸਾ। ਵੀ ਤੇਰਾ ਗੁਰੂ ਕੌਣ ਹੈ, ਕਿਹੜੇ ਗੁਰੂ ਨੇ ਤੈਨੂੰ ਇਵੇਂ ਦਾ ਉਪਦੇਸ਼ ਦੇ ਦਿੱਤਾ ਕਿ ਵਰਤ ਨਹੀਂ ਰੱਖਣਾ। ਤੇਰਾ ਧਰਮ ਕਿਹੜਾ ਹੈ, ਕਿਹੜੇ ਧਰਮ ਨੂੰ ਮੰਨਦਾ ਹੈ। ਸੁਣ ਕੈ ਤਬ ਕਲਿਆਣਾ ਭਾਈ, ਕਹੇ ਗਾਤ ਨ੍ਰਿਪ ਕੇ ਅਗਵਾਈ। ਕਹਿੰਦੇ ਇਹ ਸੁਣ ਕੇ ਭਾਈ ਕਲਿਆਣੇ ਨੇ ਫਿਰ ਰਾਜੇ ਦੇ ਕੋਲ ਸਾਰੀ ਗੱਲ ਕਹੀ। ਸ੍ਰੀ ਨਾਨਕ ਜਗ ਬਿਦਤ ਵਿਸਾਲਾ, ਤਿਨ ਗਾਦੇ ਉੱਪਰ ਇਸ ਕਾਲਾ। ਭਾਈ ਕਲਿਆਣਾ ਜੀ ਕਹਿੰਦੇ ਨੇ ਕਿ ਰਾਜਾ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਤੁਸੀਂ ਸੁਣਿਆ ਹੈ। ਔਰ ਰਾਜਾ ਕਹਿੰਦਾ ਕਿਤੇ ਕਿਤੇ ਸੁਣਿਆ ਤਾਂ ਲੱਗਦਾ ਹੈ, ਪਰ ਕੌਣ ਗੁਰੂ ਨਾਨਕ ਹੈ। ਭਾਈ ਕਲਿਆਣਾ ਜੀ ਕਹਿੰਦੇ ਨੇ ਸਾਰੇ ਜਗਤ ਵਿੱਚ ਉਹ ਤੇ ਪ੍ਰਗਟ ਹੋਏ ਨੇ, ਸਾਰਾ ਜਗਤ ਜਾਣਦਾ ਹੈ। ਔਰ ਉਸ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ 'ਤੇ ਹੁਣ ਪੰਜਵੇਂ ਨਾਨਕ, ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਨੇ। ਸ੍ਰੀ ਗੁਰੂ ਅਰਜਨ ਪੂਰਣਿਆ ਹੈ, ਤਿਨ ਕੇ ਸਿੱਖ ਹਮ ਵਾਂਛਿਤ ਲਹੈ। ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਰੱਬ ਸਨ, ਆਪ ਪਰਮੇਸ਼ਰ ਸਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਔਰ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਸਨ, ਤੇ ਭਾਈ ਕਲਿਆਣਾ ਜੀ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਵੀ ਪੂਰਨ ਨੇ, ਉਹ ਵੀ ਪੂਰਨ ਪਰਮੇਸ਼ਰ ਨੇ। ਅਸੀਂ ਉਹਨਾਂ ਦੇ ਸਿੱਖ ਹਾਂ ਕਿ ਉਹਨਾਂ ਦੇ ਕੋਲੋਂ ਮੂੰਹ ਮੰਗੀਆਂ ਮੁਰਾਦਾਂ ਸਭ ਨੂੰ ਮਿਲਦੀਆਂ ਨੇ। ਦੋਹ ਲੋਕਣ ਸੁਖ ਦੇ ਉਪਦੇਸ਼, ਤਿਨ ਕੀ ਬਾਣੀ ਪਠੇ ਹਮੇਸ਼। ਕਹਿੰਦੇ ਮੇਰੇ ਸਤਿਗੁਰੂ ਉਹ ਠਾਕੁਰ ਨੇ ਜਿਹੜੇ ਸਾਨੂੰ ਐਸਾ ਉਪਦੇਸ਼ ਦਿੰਦੇ ਨੇ ਕਿ ਕੇਵਲ ਲੋਕ ਦੇ ਵਿੱਚ ਹੀ ਨਹੀਂ, ਉਹਨਾਂ ਦਾ ਉਪਦੇਸ਼ ਜੇ ਮੰਨ ਕੇ ਕਮਾ ਲਈਏ ਤੇ ਪਰਲੋਕ ਵਿੱਚ ਵੀ ਸੁੱਖ ਦਿੰਦੇ ਨੇ। ਉਹਨਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ। ਯਾ ਤੇ ਹਮ ਪਾਹਣ ਨਹਿ ਮਾਨੇ, ਦੇਖੇ ਸੁਣੇ ਨਾ ਖਾਏ ਬਖਾਨੇ। ਭਾਈ ਇਸ ਕਰਕੇ ਅਸੀਂ ਪੱਥਰ ਨੂੰ ਤੇ ਮੰਨਦੇ ਹੀ ਨਹੀਂ, ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਬਾਬਾ ਕਬੀਰ ਜੀ ਪਹਿਲੋਂ ਕਹਿ ਗਏ ਸਨ ਕਿ ਬੁੱਤ ਪੂਤ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰਨਾਈ। ਓਇਲੇ ਜਾਰੇ ਓਇਲੇ ਗਾਡੇ, ਤੇਰੇ ਗੱਤ ਦੂਹੂ ਨਾ ਪਾਈ। ਅਸੀਂ ਕਿਸੇ ਪੱਥਰ ਨੂੰ ਨਹੀਂ ਮੰਨਦੇ, ਕਿਉਂਕਿ ਸਾਡੇ ਗੁਰੂ ਨੇ ਕਿਹਾ ਹੈ ਕਿ ਪਾਹਣ ਮੇ ਕਛ ਪਰਮੇਸ਼ਰ ਨਾਹੀ। ਪੱਥਰਾਂ ਦੇ ਵਿੱਚ ਰੱਬ ਨਹੀਂ, ਰੱਬ ਸਭ ਦੇ ਵਿੱਚ ਹੈ। ਜੇ ਰੱਬ ਨੂੰ ਦੇਖ ਲਈਏ ਫਿਰ ਪੱਥਰ ਵਿੱਚ ਵੀ ਹੈ, ਤੇ ਜੇ ਕੇਵਲ ਸਮਝੋ ਕਿ ਰੱਬ ਹੀ ਪੱਥਰ ਹੈ ਜਾਂ ਪੱਥਰ ਵਿੱਚ ਹੀ ਰੱਬ ਨੂੰ ਕਹੋ ਕਿ ਰੱਬ ਪੱਥਰ ਵਿੱਚ ਹੀ ਰਹਿੰਦਾ, ਤੇ ਰੱਬ ਪੱਥਰਾਂ ਵਿੱਚ ਨਹੀਂ। ਰੱਬ ਇਨਸਾਨੀਅਤ ਵਿੱਚ ਹੈ, ਮਨੁੱਖਤਾ ਵਿੱਚ ਹੈ। ਇਸ ਕਰਕੇ ਦੇਖੇ ਸੁਣੇ ਨਾ ਖਾਏ ਬਖਾਨੇ। ਭਾਈ ਸਾਡਾ ਗੁਰੂ ਜਿਹੜਾ ਹੈ ਉਹ ਸੁਣਦੇ ਵੀ ਨੇ, ਵੇਖਦੇ ਵੀ ਨੇ। ਗੁਰੂ ਖਾਂਦੇ ਨੇ, ਅਸੀਂ ਆਪ ਖਾਂਦੇ ਹਾਂ। ਇਸ ਬਾਰੇ ਸਾਡੇ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ, ਸਮਝਾਇਆ ਹੈ। ਕਿਆ ਪ੍ਰਸੰਨ ਹੋਏ ਤਿਸ ਨੇ ਦੇਨਾ, ਤਾਕੇ ਸੇਵ ਕਰੇ ਕਿਆ ਲੈਣਾ। ਔਰ ਦੇਖੋ ਹੈ ਸੱਚ, ਪਰ ਐਡਾ ਵੱਡਾ ਸੱਚ ਔਰ ਰਾਜੇ ਦੇ ਸਾਹਮਣੇ ਜਾ ਕੇ ਬੋਲਣਾ, ਇਹ ਸੱਚ ਬੋਲਣ ਵਾਸਤੇ ਹਿੰਮਤ ਵੀ ਫਿਰ ਉਹ ਹੀ ਚਾਹੀਦੀ ਹੈ ਜਿਹੜੀ ਗੁਰੂ ਦੇ ਵਿੱਚ ਹੋਵੇ ਜਾਂ ਜਿਹੜੀ ਗੁਰੂ ਨੇ ਬਖਸ਼ੀ ਹੋਵੇ। ਰਾਜੇ ਦੇ ਸਾਹਮਣੇ ਜਾ ਕੇ ਕਹਿੰਦਾ, ਕਿਸੇ ਨੇ ਸ਼ਿਕਾਇਤ ਲਾਈ ਕਿ ਉਹ ਸਾਡੇ ਠਾਕੁਰ ਨੂੰ ਪੱਥਰ ਕਹਿੰਦਾ ਹੈ, ਔਰ ਸ਼ਿਕਾਇਤ ਹੋ ਸਕਦਾ ਕਿ ਝੂਠੇ ਵੀ ਲਾ ਦੇ, ਪਰ ਜਾ ਕੇ ਭਾਈ ਕਲਿਆਣਾ ਕਹਿੰਦੇ ਨੇ ਕਿ ਰਾਜਾ ਜੀ ਅਸੀਂ ਪੱਥਰ ਨੂੰ ਕਿਉਂ ਮੰਨੀਏ, ਕਿਉਂ ਪੂਜੀਏ, ਪੱਥਰ ਨੇ ਕਿਹੜਾ ਕੁਝ ਦੇਣਾ ਹੈ।
ताकि सेव करे क्या लेना सी, पत्थरों की सेवा करके की लेना है। जो सब जीवन को है जीव, जिस अलंब चेतनता थीव। और भाई कल्याणा जी कहते हैं राजा जी जिहड़ा सब जीवां दा जीवन है, सब जीवां नूं जीवन देण वाला है, सब दा दाता है। चाहे कोई चेतन है तो चाहे कोई जड़ है, सब दा जिहड़ा दाता है। सगरे जग को जो निज दाता, सो तुमने पाहन कर जाता। असीं तो उस दाते नूं मनने जिहड़ा सब दा दाता है। पर राजा दी हद हो गई, तुसीं जगत दे दाते सिर्फ पत्थर ही मन्निया है, जां तुसीं पत्थर नूं जगत दा दाता मनदे हो। तुसीं तो रब नूं पत्थर बना के रख दिता। जिम अवणे सबको सुल्तान, तिसको मूड़ करे सन्मान। जिवें धरती का बादशाह होवे, धरती का राजा होवे, ते मूर्ख बंदा उस राजे का अपने उन्होंने सन्मान करता हो। हुण देखो, होवे राजा बादशाह होवे ते जिन्हों कोई समझ ना आवे, मूर्ख बंदा अपने वालों उस राजे का सन्मान करता होवे, ते सन्मान किवें दा करता है। कहते घास डसाए बसावन किया, आवो इहाँ बैठिए मियाँ। कि बादशाह या राजा मूर्ख दे कोल जाए तो मूर्ख करता कि यह घाह विछा दिंदा है, तो घाह विछा के राजे नूं कहे कि मियाँ जी आ जाओ इत्थे बैठ जाओ। और मियाँ किहनूं कहंदे ने जी, कि जिहड़ा आम जिहा जां अपने नालों छोटा होवे उन्हां नूं मियाँ कहा जाता है। बड़ा है बंदा की मूर्खता है ना कि राजा है तो राजे का सन्मान करदा, उन्होंने नाले तो मियाँ जी कह रहा है, तो नाले थले धरती ते घाह विछा के धरती ते बैठने वास्ते कह रहे हैं। तिम तुम रो मत करो विचारण, प्रभ को पाहन करो उचारण। और कमाल की गल भाई कल्याणा जी कहते ने, राजा जी असल में वो मूर्ख मैनूं तुसीं लगदे कि मूर्खा वाली गल है ना। एडा वड्डा जिहड़ा सारी दुनिया का ठाकुर होवे, सारी सृष्टि का मालक होवे, उन्होंने तुसीं पत्थर कही जाओ। पत्थर की इत्थे रब बस केवल इत्थे ही है। रहियो जो रम जल थल महराम, इत उत दोहे लोकन विश्राम। भाई कल्याणा जी कहते राजा जी ठाकुर वो है, राम वो है, कृष्ण जी वो ने, कि जेड़ा राम जल विच भी थल विच भी हर थां ते रमिया होया है। जेड़ा इत्थे भी ते उत्थे भी, लोक ते परलोक दे विच जिंदा हर थां ते ठिकाना है, जेड़ा सब हर किसे दे विच है। सर्ब चराचार मह रह थापे, तीनों काल बिखे थिर आपे। कहंदे ठाकुर वो है जेड़ा सारियां थावां ते व्यापक है, ते तिन्नां कालां दे विच तिन्नां लोकां दे विच हर थां ते इक्को जिहा है। ये नहीं किते घट किते ज़्यादा। पर तुसीं एडे वड्डे ठाकुर नूं एक छोटे जे मंदिर दे विच कैद करके उत्थे पत्थर रख के कह दिता कि ये ठाकुर है। तीन लोक पत महद महाना, अपर न पयत जस समाना। भाई कल्याणा जी कहते हैं राजा जी वो जिहड़ा ठाकुर है ना, तिन्नां लोकां दे विच वड्डियां तो वड्डा है। उस ठाकुर वर्गा, उस परमेश्वर वर्गा कोई नहीं, उनके बराबर कोई नहीं। पर हद तो यह होगी तुसीं पत्थर नूं ठाकुर कहन लग गए। लगो पाहन मैं कल्पो सोए, प्रभ प्रसन्न तुम पह कैम होई। कहते ठाकुर तो एडा वड्डा है, तुसीं अपने वालों तो सत्कार करते जे, तो उस मूर्ख बंदे वाली कहानी नहीं कि छोटे जे पत्थर नूं तुसीं कहंदे हो रब इहदे विच है, तुसीं छोटा जिहा बना के रख दिता। तो रब ठाकुर जिन्हों तुसीं कहंदे हो तुहाडे ते प्रसन्न किवें हो जाएगा। जागत पुरख सु गुरु हमारो, सदा सहायक ताहिं विचारो। भाई कल्याणा जी कहते हैं राजा जी साडा ठाकुर साडा गुरु है, साडा ठाकुर जिउंदा जागदा है। वो अपने सिखां दा सेवकां दा हर थां ते समझो कि सहायक हुंदा है।
ਇੱਥੇ ਕਵਿਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 31 ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਦੋਹਰਾ ਕਹੇ ਜਥਾਰਥ ਭਾਰਤਾ, ਸੁਣ ਕੈ ਨ੍ਰਿਪ ਅਗਿਆਨ, ਰਿਸਿਓ ਕਹਿਣ ਲਗਿਓ ਤਬੈ, ਉਚਿਤ ਸਜਾਏ ਮਹਾਨ। ਕਹਿੰਦੇ ਇਤਿਆਦਕ ਭਾਈ ਕਲਿਆਣਾ ਜੀ ਤੇ ਸਮਝਾਉਣ ਦਾ ਯਤਨ ਕਰਦੇ ਨੇ, ਪਰ ਮੂਰਖਾਂ ਨੂੰ ਸਮਝਾਵੇ ਕਿਹੜਾ। ਕਹਿੰਦੇ ਉਸ ਮੂਰਖ ਰਾਜੇ ਨੇ ਅਗਿਆਨਤਾ ਦੇ ਵਿੱਚ ਜਿਹੜਾ ਕਰਮ ਕਾਂਡਾਂ ਵਿੱਚ ਫਸਿਆ ਹੋਇਆ ਹੈ। ਭਲਿਆਈ ਭਾਈ ਕਲਿਆਣੇ ਦੀ ਸਾਰੀ ਵਾਰਤਾ ਸੁਣ ਕੇ ਬੜਾ ਗੁੱਸੇ ਵਿੱਚ ਆਇਆ, ਔਰ ਨਾਲ ਹੀ ਮੰਤਰੀਆਂ ਨੂੰ ਸਿਪਾਹੀਆਂ ਨੂੰ ਕਹਿੰਦਾ ਕਿ ਫੜ ਲਓ ਇਹਨੂੰ, ਉਚਿਤ ਸਜ਼ਾ ਦਿਆਂਗੇ, ਕਰੋ ਕੈਦ ਇਸ ਤੇ ਮਨਵਾਵੋ, ਠਾਕੁਰੇ ਆਗੇ ਸੀਸ ਨਿਵਾਵੋ। ਕਹਿੰਦੇ ਫੜ ਕੇ ਇਹਨੂੰ ਕੈਦ ਕਰ ਦਿਓ, ਕੈਦਖਾਨੇ 'ਚ ਪਾ ਦਿਓ, ਜਿਵੇਂ ਵੀ ਹੋਵੇ ਇਹਨੂੰ ਮਨਵਾਓ। ਇਹ ਪੱਥਰ ਕਹਿੰਦਾ ਸਾਡੇ ਠਾਕੁਰ ਨੂੰ, ਇਸੇ ਪੱਥਰ ਦੇ ਅੱਗੇ ਇਹਦੇ ਤੋਂ ਨੱਕ ਰਗੜਾਓ, ਪੱਥਰ ਦੇ ਅੱਗੇ ਨੂੰ ਕੋਈ ਸੀਸ ਨਵਾਏ, ਉਹਦੇ ਲਈ ਮਾਰੋ ਕੁੱਟੋ, ਕੈਦ ਵਿੱਚ ਰੱਖੋ, ਜੋ ਵੀ ਕਰੋ ਇਹਨੂੰ ਪਰ ਮਨਾਓ। ਇਹਨੂੰ ਠਾਕੁਰ ਦੇ ਅੱਗੇ ਦਾ ਸਿਰ ਝੁਕਾਉਣਾ ਹੈ। ਨਾਹੇ ਤਾਂ ਹੋਵੇਗੀ ਜਬ ਭੌਰ, ਇਸੇ ਸਜਾਏ ਦੇ ਹੈ ਘੂਰ। ਨਹੀਂ ਤੇ ਰਾਜਾ ਕਹਿੰਦਾ ਜੇ ਨਾ ਮੰਨਿਆ ਸਵੇਰ ਤੱਕ, ਜਦੋਂ ਸਵੇਰ ਹੋਏਗੀ ਨਾ ਤੇ ਫਿਰ ਸਾਰਿਆਂ ਦੇ ਵਿੱਚ ਇਹਨੂੰ ਬੜੀ ਸਖਤ ਬੜੀ ਵੱਡੀ ਸਜ਼ਾ ਦਿੱਤੀ ਜਾਏਗੀ। ਬੰਦੇ ਖਾਨੇ ਮੈਂ ਪਹੁੰਚਾਇਓ, ਤਹਿ ਗੁਰ ਸਿਮਰਤ ਸਮਾਂ ਬਿਤਾਇਓ। ਹੁਣ ਇਹਨਾਂ ਨੇ ਬੰਦੀ ਖਾਨੇ ਵਿੱਚ ਪਾ ਦਿੱਤਾ, ਪੂਰੇ ਹੁਕਮ ਕਰ ਦਿੱਤਾ ਕਿ ਸਵੇਰੇ ਬੜੀ ਸਖਤ ਸਜ਼ਾ ਦਿੱਤੀ ਜਾਣੀ। ਪਰ ਭਾਈ ਕਲਿਆਣਾ ਜੀ ਬੰਦੀ ਖਾਨੇ ਵਿੱਚ ਬੈਠ ਕੇ ਕੀ ਕਰਦੇ ਨੇ? ਉਹਨਾਂ ਵਾਸਤੇ ਉਹ ਜੇਲ੍ਹ ਨਹੀਂ, ਜੇਲ੍ਹ ਵੀ ਸਵਰਗ ਹੈ, ਕਿਉਂਕਿ ਉੱਥੇ ਬੈਠੇ ਹੋਏ ਵੀ ਉਹਨਾਂ ਦਾ ਚਿੱਤ ਗੁਰੂ ਦੇ ਚਰਨਾਂ ਵਿੱਚ ਬੈਠੇ ਹੋਏ ਜਪਦੇ ਨੇ, ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਕਲਿਆਣਾ ਜੀ ਦੇਰ ਰਾਤ ਤੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਉਸੇ ਤਰ੍ਹਾਂ ਜਪਦੇ ਰਹੇ। ਭਾਈ ਪੋਰ ਰਾਜਾ ਉੱਠ ਚੱਲਾ, ਜੈ ਠਾਕੁਰ ਕੋ ਮੰਦਰ ਭਲਾ। ਸਵੇਰ ਹੋਈ, ਜਦੋਂ ਰਾਜਾ ਮੰਦਰ ਨੂੰ ਚੱਲਿਆ, ਭਾਈ ਕਲਿਆਣਾ ਜੀ ਪਹਿਰ ਰਾਤ ਰਹਿੰਦੇ ਪਹਿਲੋਂ ਉੱਠੇ ਨੇ। ਉਹ ਉਦੋਂ ਵੀ ਗੁਰੂ ਗੁਰੂ ਜਪ ਰਹੇ ਨੇ। ਰਾਜਾ ਜਿਹੜਾ ਹੈ ਉਹ ਆਪਣੇ ਠਾਕੁਰ ਦੇ ਮੰਦਰ ਵਿੱਚ ਚਲਾ ਗਿਆ। ਕਰ ਪੂਜਾ ਚੰਦਨ ਚਰਚਾਇਓ, ਚਰਨ ਅੰਮ੍ਰਿਤ ਦੇ ਸੀਸ ਨਵਾਇਓ। ਮੰਦਰ ਵਿੱਚ ਜਾ ਕੇ ਉਹਦੇ ਚੰਦਨ ਚੜਾਇਆ, ਜਿਵੇਂ ਦੀ ਪੂਜਾ ਕਰਦੇ ਨੇ ਪੂਜਾ ਕੀਤੀ ਰਾਜੇ ਨੇ, ਉੱਥੇ ਮੱਥਾ ਟੇਕਿਆ। ਕਹਿਓ ਬਦੇਸੀ ਕੋ ਲੈ ਆਵੋ, ਮਮ ਦੂਰ ਕਰ ਤਿਸੇ ਡਰਾਵੋ। ਰਾਜਾ ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਲਿਆਓ ਹੁਣ ਭਾਈ ਉਸ ਵਿਦੇਸ਼ੀ ਬੰਦੇ ਨੂੰ ਫੜ ਕੇ ਲਿਆਓ, ਮੇਰੇ ਸਾਹਮਣੇ ਲਿਆ ਕੇ ਉਹਨੂੰ ਡਰਾਓ, ਉਹਨੂੰ ਕਹੋ ਕਿ ਠਾਕੁਰ ਨੂੰ ਆ ਕੇ ਮੱਥਾ ਟੇਕੇ। ਸੁਣ ਚਾਕਰ ਲੈ ਕਰ ਤੇ ਆਏ, ਬੋਲਿਓ ਨ੍ਰਿਪ ਤੈ ਹਿੰਦ ਕਹਾਏ। ਨੌਕਰ ਸੁਣ ਕੇ ਭਾਈ ਕਲਿਆਣੇ ਨੂੰ ਲੈ ਕੇ ਆ ਗਏ, ਔਰ ਰਾਜਾ ਕਹਿੰਦਾ ਕਿ ਭਈ ਤੂੰ ਆਪਣੇ ਆਪ ਨੂੰ ਹਿੰਦੂ ਅਖਵਾਉਣਾ, ਹਿੰਦੂਆਂ ਦੇ ਘਰ ਜਨਮ ਲਿਆ ਹੈ, ਹਿੰਦੂ ਹੈ। ਠਾਕੁਰ ਕੋ ਪਾਹਣ ਕਹਿ ਕੈਸੇ, ਅਬੇ ਸਜਾਏ ਲੀਜੀਏ ਤੈਸੇ। ਤੇ ਜੇ ਤੂੰ ਹਿੰਦੂ ਹੈ, ਹਿੰਦੂ ਹੋ ਕੇ ਸਾਡੇ ਠਾਕੁਰ ਨੂੰ ਪੱਥਰ ਕਿਉਂ ਕਹਿ ਦਿੱਤਾ? ਪੱਥਰ ਕਿਉਂ ਕਹਿੰਦਾ? ਤੇ ਜੇ ਪੱਥਰ ਕਹਿਣਾ ਤਾਂ ਫਿਰ ਲੈ ਉਹਦੀ ਸਜ਼ਾ ਹੁਣ ਭੁਗਤ। ਨਾਹੇ ਤਾਂ ਕਹੋ ਮੈਂ ਭੂਲਿਓ ਭਾਰੀ, ਅਬ ਹੋ ਜਾਏ ਸਭ ਕੇ ਅਨੁਸਾਰੀ। ਤੇ ਰਾਜਾ ਕਹਿੰਦਾ ਜੇ ਸਦਾ ਤੋਂ ਬਚਣਾ ਚਾਹੁੰਦਾ ਹੈ ਤੇ ਆਪਣੀ ਭੁੱਲ ਸਾਰਿਆਂ ਦੇ ਸਾਹਮਣੇ ਮੰਨ ਕਿ ਮੇਰੇ ਤੋਂ ਭੁੱਲ ਹੋ ਗਈ, ਹੁਣੇ ਸਾਰਿਆਂ ਦੇ ਅਨੁਸਾਰ ਹੀ ਹੋ ਜਾ, ਹੁਣੇ ਸਾਡੇ ਆਪਣੇ ਠਾਕੁਰ ਨੂੰ, ਸਾਡੇ ਠਾਕੁਰ ਨੂੰ ਮੱਥਾ ਟੇਕਦੇ, ਤੇਰੀ ਸਜ਼ਾ ਮਾਫ ਕਰ ਦਿੱਤੀ ਜਾਏਗੀ। ਸੁਣ ਕਾਰ ਸਿੱਖ ਬੋਲਿਓ ਕਲਿਆਣਾ, ਸ੍ਰੀ ਅਰਜਨ ਮੋਰ ਮਹਾਨਾ। ਧੰਨ ਭਾਈ ਕਲਿਆਣਾ ਜੀ, ਧੰਨ ਭਾਈ ਕਲਿਆਣਾ ਜੀ ਦਾ ਸਿਦਕ ਹੈ, ਕਿਉਂਕਿ ਭਾਈ ਕਲਿਆਣਾ ਜੀ ਉਸ ਗੁਰੂ ਦਾ ਸਿੱਖ ਹੈ
ਜਿਹੜੇ ਗੁਰੂ ਨੇ, ਭਾਵੇਂ ਉਹ ਬਾਣੀ ਬਾਬਾ ਕਬੀਰ ਜੀ ਦੀ ਹੈ, ਇਹ ਪਾਵਨ ਜਿਹੜੇ ਬਚਨ ਪੜ੍ਹੇ ਨੇ, ਇਹਨਾਂ ਬਚਨਾਂ ਨੂੰ ਜਾਣਦੇ ਨੇ ਕਿ ਇਹ ਸਜ਼ਾ ਦੀ ਡਰਾਵਾ ਦਿੰਦੇ ਨੇ, ਸਜ਼ਾ ਦਾ। ਇੱਥੇ ਤੇ ਭਗਤ ਕਬੀਰ ਜੀ ਵਰਗੇ ਕਹਿੰਦੇ ਨੇ, ਭਾਵੇਂ ਆਰੇ ਦੇ ਨਾਲ ਦੋ ਟੁਕੜੇ ਕਰਦੇ, ਪਰ ਆਪਣੇ ਮਾਲਕ ਨੂੰ ਕਦੇ ਪਿੱਠ ਨਹੀਂ ਦਿਆਂਗਾ, ਉਹਦੇ ਵੱਡੇ ਕੰਡ ਨਹੀਂ ਕਰਾਂਗਾ। ਜਿੱਦਣ ਪਿੱਠ ਦੇ ਦਿੱਤੀ, ਆਰੇ ਨਾਲੋਂ ਜ਼ਿਆਦਾ ਦੁਖੀ ਉਦੋਂ ਨੂੰ ਹੋਵਾਂਗਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਮਾਲਕ ਜੀ ਤੇਰੀ ਪਿੱਠ ਨਹੀਂ, ਜੇ ਤੂੰ ਪਿੱਠ ਦੇਵੇ ਤੇ ਆਰੇ ਨਾਲੋਂ ਜ਼ਿਆਦਾ ਵੱਢਣ ਦਾ ਦਰਦ ਉਦੋਂ ਹੈ। ਭਾਈ ਕਲਿਆਣਾ ਜੀ ਕਹਿੰਦੇ, ਰਾਜਾ ਜੀ ਸੁਣੋ, ਸਾਡਾ ਗੁਰੂ ਅਰਜਨ ਦੇਵ ਜੀ ਨੇ ਬੜੇ ਮਹਾਨ ਨੇ। ਤਿਨ ਕੋ ਦਿਓ ਸੀਸ ਹੈ ਮੇਰਾ, ਨੰਬਰ ਨਾ ਕਹੇ ਆਗੇ ਕਿਸ ਬੇਰਾ। ਕਿ ਰਾਜਾ ਜੀ ਇਹ ਜਿਹੜਾ ਤੂੰ ਸਿਰ ਕਹਿੰਦਾ ਨਾ ਝੁਕਾ ਦੇ ਠਾਕੁਰ ਅੱਗੇ, ਇਹ ਸਿਰ ਹੁਣ ਮੇਰਾ ਨਹੀਂ, ਇਹ ਸਿਰ ਆਪਣੇ ਗੁਰੂ ਅਰਜਨ ਦੇਵ ਜੀ ਨੂੰ ਮੈਂ ਦੇ ਚੁੱਕਿਆ ਹਾਂ। ਨੰਬਰ ਨਾ ਕਹੇ ਆਗੇ ਕਿਸ ਬੇਰਾ, ਤੇ ਗੁਰੂ ਦਾ ਸਿਰ ਇਹ ਕਿਸੇ ਹੋਰ ਦੇ ਅੱਗੇ ਝੁਕ ਨਹੀਂ ਸਕਦਾ, ਕਿਉਂਕਿ ਸਿਰ ਹੈ ਹੀ ਉਹ। ਔਰ ਦਰ ਵੀ ਕਹਿੰਦੇ ਉਹਨੂੰ ਨੇ ਜਿੱਥੇ ਹਰ ਕੋਈ ਸੀਸ ਆ ਕੇ ਝੁਕ ਜਾਏ, उस दर को दर नहीं कहते जिस दर पर सर ना झुके, और उस सर को सर नहीं कहते जो दर दर पे झुके। ये होर किसी के अगे झुक नहीं सकता, मेरे गुरु साहिब के अगे झुक चुकिया है, ये शीस पेटा कर दिता है। तिन हूँ के मैं नित अनुसारी, कि मैं पहाड़ को प्रभु उचारी, तो मैं तो नित उन्होंने के अनुसार ही रहना है। जे मेरे गुरु कहते ने परमेश्वर पत्थर विच नहीं, तो राजा जी मैं किवें कह दिया कि रब पत्थर विच है, मैं किवें कह दिया कि रब है ही पत्थर। रिस्यो भूप यह डरत न थोरा, देह सजाए मम निकट न सो घूरा। ये वेख के राजा बड़ा गुस्से विच आया कि इनू थोड़ा बहुत भी डर नहीं, इनू मेरा भी डर नहीं कि राजे के सामने मैं कह रहा। और असी इतराज किया, साडे ठाकुर नूं पत्थर कहंदे, सारे दे सामने मेरे सामने फिर पत्थर कह रहे, ये साडे ठाकुर ने पत्थर कह रहे। राजा कहंदा कि दो सजा, मेरे सामने सजा दो। संग एक इसके टुक दीजे, जंग एक इसके टुक दीजे, अपना राज ते बाहर कीजे। कहते इनकी सज़ा ये है, एक लत्त जी इनकी पट के कोलों वढ़ दे, लत्त वढ़ के इनू अपने राज के हद तो बाहर तक छड्ड के आओ, राज तो बाहर कढ़ दे। इम सुन के आए चंडाला, मन कल्याणे गुरु संभाला। हुण जदों जलादा नूं कह दिता कि मेरे सामने लत्त वड्डो, जलादा ने तो राजे का हुक्म मनना है। जलाद जिहड़े ने वो टकवे, वो किरपाना लैके आ गए। उधर भाई कल्याणे ने धन गुरु अर्जन देव महाराज जी के चरणों में सुत जोड़ी कि सतगुरु जी जिहड़े काम वास्ते भेजे से मैं तो अपना काम कर दिता है, हुण अगला काम तुहाडा है, अगला काम तुसीं आप करना है, मारना रखना, लत्त वड्ढनी कि नहीं वड्ढनी, सतगुरु जी ये तुहाडे हथ विच, हुण मददगार होना तुसी है। अब सहाय को सुनो तुम्हारा, चलत समय मुख बाक उचारा। सतगुरु जी तुसी चलन लगे उदों बचन कीते सन कि मैं तुहाडे नाल होवांगा, गुरु नानक साहिब जी तुहाडे सहाई होणगे। ते सतगुरु जी हुण सहायता का समा है, हुण अगला काम तुहाडा है। गुरु सहाय होए चल जावो, आप हाथ दे नाथ बचावो। ये आप जी ने बचन किए सी कि धन गुरु नानक साहिब जी तुहाडे सहायक होणगे, तुसीं जाओ मंडी राजे दे कोल बेझिझक होकर गल करनी है। तो सतगुरु जी हुण किरपा करो आके बचा लियो। जंग काट बै लग जंदाल, तत्शन बहबल भयो निरपाल। उधरों चंडाल जिहड़ा कसाई आ गया,
ਭਾਈ ਕਲਿਆਣੇ ਦੇ ਹੱਥ ਬੰਨ੍ਹ ਦਿੱਤੇ ਗਏ। ਭਾਈ ਕਲਿਆਣੇ ਨੂੰ ਬਿਠਾ ਕੇ ਦੋਵੇਂ ਲੱਤਾਂ ਜਿਹੜੀਆਂ ਨੇ ਉਹ ਲੱਤਾਂ ਵੀ ਬੰਨ੍ਹ ਦਿੱਤੀਆਂ ਗਈਆਂ। ਹੁਣ ਭਾਈ ਕਲਿਆਣੇ ਨੂੰ ਉਹ ਜਿਹੜਾ ਚੰਡਾਲ ਹੈ, ਜਲਾਦ ਹੈ, ਜਦੋਂ ਕਿਰਪਾਨ ਦਾ ਲੱਗਿਆ ਕਰਨ ਵਾਰ ਕਿ ਇੱਕ ਲੱਤ ਰਾਜੇ ਨੇ ਕਿਹਾ ਹੈ ਲੱਤ ਵੱਢਣੀ ਹੈ, ਪਰ ਸਾਹਮਣੇ ਵੇਖ ਕੇ ਰਾਜਾ ਬੇਚੈਨ ਹੋ ਗਿਆ। ਲੱਤ ਵੱਢਣੀ ਹੈ, ਭਾਵੇਂ ਰਾਜਾ ਹੈ, ਭਾਵੇਂ ਉਹ ਕਿੰਨਾ ਗੁਨਾਹਗਾਰ ਸਮਝਦਾ ਹੈ, ਪਰ ਬੰਦੇ ਦੇ ਲੱਤ ਵੱਢਣੀ, ਸਾਹਮਣੇ ਵੱਢਣੀ ਹੈ, ਔਰ ਉਹ ਬੜਾ ਬੇਚੈਨ ਹੋਇਆ। ਖਰੋ ਹੁਤੋ ਮੂਰਛ ਪਰਿਓ, ਮੁੱਖ ਬਿਬਰਣ ਕੰਪਤ ਤਰ ਪਰਿਓ। ਕਹਿੰਦਾ ਕਸਾਈ ਨੇ ਹਜੇ ਤਿਆਰੀ ਕਰਦਾ ਪਿਆ, ਉਹਨੇ ਕਿਰਪਾਨ ਦਾ ਵਾਰ ਕਰਨਾ, ਉਦੋਂ ਪਹਿਲੋਂ ਰਾਜਾ ਜਿਹੜਾ ਖੜਾ ਖੜਾ ਉਹ ਧਰਤੀ 'ਤੇ ਡਿੱਗ ਪਿਆ, ਮੁਰਸ਼ਦ ਹੋ ਗਿਆ। ਚਿਹਰੇ ਦਾ ਰੰਗ ਪੀਲਾ ਪੈ ਗਿਆ, ਹੱਥ ਪੈਰ ਉਹਦੇ ਕੰਬਣ ਲੱਗ ਗਏ ਜਿਵੇਂ ਤੜਪਦਾ ਹੈ। ਕਹਿ ਅੰਗਣ ਕੋ ਨਰੜ ਉਠਾਵਾ, ਨਹਿ ਸਰੀਰ ਕੇ ਸੁਧ ਬਿਕਲਾਵਾ। ਹੁਣ ਰਾਜਾ ਸਾਹਮਣੇ ਡਿੱਗੇ ਤੇ ਫਿਰ ਕਿਹਨੂੰ ਯਾਦ ਰਹਿੰਦਾ ਹੈ ਕਿ ਕਿਸੇ ਦੀ ਲੱਤ ਵੱਢਣੀ, ਕਿਸੇ ਨੂੰ ਸਜ਼ਾ ਦੇਣੀ ਹੈ। ਜਲਾਦਾਂ ਦੀਆਂ ਕਿਰਪਾਨਾਂ ਹੱਥਾਂ 'ਚੋਂ ਡਿੱਗੀਆਂ, ਲੋਕ ਇਕੱਠੇ ਹੋ ਗਏ। ਕੋਈ ਹੱਥ ਦੀਆਂ ਤਲੀਆਂ ਨੂੰ ਚੱਸਦਾ, ਕੋਈ ਪੈਰਾਂ ਦੇ ਤਲੀਆਂ ਨੂੰ ਚੱਸਦਾ ਹੈ, ਪਰ ਸਰੀਰ ਜਿਹੜਾ ਬਿਲਕੁਲ ਵਿਆਕੁਲ ਹੋ ਚੁੱਕਿਆ। ਰਾਜੇ ਨੂੰ ਕੋਈ ਸੁਧ ਬੁੱਧ ਨਹੀਂ। ਹਿਮ ਦੇਖਤ ਤਿਆਗਿਓ ਕਲਿਆਣਾ, ਨ੍ਰਿਪ ਉਪਚਾਰ ਕਰੇ ਮਿਲਨਾਨਾ। ਇਹ ਵੇਖ ਕੇ ਕਹਿੰਦੇ ਜਲਾਦ ਨੇ ਕਿਰਪਾਨ ਵੀ ਛੱਡੀ, ਆਪ ਵੀ ਭੱਜ ਕੇ ਰਾਜੇ ਦੇ ਕੋਲ ਆਇਆ ਕਿ ਕਿਸੇ ਤਰ੍ਹਾਂ ਕੋਈ ਉਪਚਾਰ ਕਰਨ ਵਿੱਚ ਮੇਰੀ ਵੀ ਮਦਦ ਮਿਲੇ। ਜੇ ਮੈਂ ਕੁਛ ਕਰ ਸਕਦਾ ਮੈਂ ਵੀ ਕਰਾਂ। ਕਈ ਤਰ੍ਹਾਂ ਦੇ ਉਪਚਾਰ ਲੱਗੇ ਕਰਨ। ਸੀਤਲ ਜਲ ਸੁਗੰਧ ਬਹੁ ਲਿਆਏ, ਮੰਦ ਮੰਦ ਕਰ ਪਉਣ ਚੁਲਾਏ। ਕੋਈ ਠੰਡਾ ਪਾਣੀ ਭਰ ਕੇ ਲਿਆਇਆ, ਕੋਈ ਜਿਹੜੇ ਨੇ ਖੁਸ਼ਬੂਦਾਰ ਫੁੱਲ ਲੈ ਕੇ ਆਏ ਕਿ ਇੱਥੇ ਚਾਰ ਸਪੇਰੇ ਜਿਹੜੀ ਸੁਗੰਧੀ ਉਹਦਾ ਛਿੜਕਾਅ ਕਰੋ। ਕੋਈ ਹੌਲੀ ਹੌਲੀ ਹਵਾ ਚੱਲਦਾ ਹੈ। ਤਉ ਨਾ ਸੁਧ ਨਿਪ ਕੇ ਤਨ ਆਈ, ਬੇਬਲ ਹੋਏ ਪਰਿਓ ਤਿਸ ਥਾਈ। ਪਰ ਫਿਰ ਵੀ ਰਾਜੇ ਨੂੰ ਕੋਈ ਸੂਰਤ ਨਹੀਂ ਆਈ, ਉਸੇ ਤਰ੍ਹਾਂ ਬੇਹੋਸ਼ ਹੋਇਆ ਉਸ ਥਾਂ 'ਤੇ ਪਿਆ ਰਿਹਾ। ਸੁਮਤਵੰਤ ਜੇ ਮਾਨਵਤਾ, ਕਰੇ ਵਿਚਾਰਨ ਹੋਇਓ ਕਹਾ। ਔਰ ਜਿਹੜੇ ਸਿਆਣੇ ਬੰਦੇ ਸਨ ਉੱਥੇ ਵਿਚਾਰ ਕਰਦੇ ਨੇ ਵੀ ਰਾਜੇ ਨੂੰ ਹੋਇਆ ਕੀ ਹੈ। ਤੇ ਚੰਗਾ ਭਲਾ ਸੀ, ਕੋਈ ਇਹਨੂੰ ਬਿਮਾਰੀ ਨਹੀਂ ਸੀ, ਬਿਮਾਰ ਨਹੀਂ ਸੀ, ਚੰਗਾ ਭਲਾ ਕਰੋ ਆਇਆ ਹੈ, ਪਰ ਇੱਕਦਮ ਹੋ ਕੀ ਗਿਆ। ਹੁਕਮ ਵਿਦੇਸੇ ਨਰ ਪਰ ਕੀਨ, ਏਕ ਜੰਗ ਕੋ ਕੀਜੇ ਹੀਣ। ਤੇ ਸਿਆਣੇ ਬੰਦੇ ਵਿੱਚੋਂ ਕਹਿੰਦੇ ਨੇ ਰਾਜੇ ਨੇ ਹੁਣੇ ਹੁਕਮ ਕੀਤਾ ਸੀ ਕਿ ਇਸ ਵਿਦੇਸ਼ੀ ਦੀ ਇੱਕ ਲੱਤ ਜਿਹੜੀ ਹੈ ਪੱਟ ਦੇ ਕੋਲੋਂ ਵੱਢ ਦਿਓ। ਜਬ ਜੰਦਾਲ ਗਇਓ ਤਿਸ ਤੀਰ, ਗਿਰਿਓ ਨ੍ਰਿਪਤ ਸੁਧ ਨਹੀਂ ਸਰੀਰ। ਔਰ ਦੇਖੋ ਜਦੋਂ ਉਹ ਚੰਡਾਲ ਜਲਾਦ ਇਸ ਵਿਦੇਸ਼ੀ ਬੰਦੇ ਦੇ ਕੋਲ ਗਿਆ ਲੱਤ ਵੱਢਣ ਵਾਸਤੇ, ਉਸੇ ਵੇਲੇ ਰਾਜਾ ਧਰਤੀ 'ਤੇ ਡਿੱਗ ਗਿਆ, ਤੜਫਣ ਲੱਗ ਗਿਆ, ਇੰਨਾ ਬੇਬੁਲ ਹੋ ਗਿਆ, ਇੰਨਾ ਵਿਆਕੁਲ ਹੋ ਗਿਆ ਕਿ ਬੇਹੋਸ਼ੀ ਹੋ ਕੇ ਪੈ ਗਿਆ। ਜਾਂ ਤੇ ਤਿਸ ਕੋ ਕਰੋ ਪ੍ਰਸੰਨ, ਜਿਮ ਸੋ ਕਹੇ ਲੀਜੀਐ ਮਨ। ਇਸ ਕਰਕੇ ਸਿਆਣੇ ਕਹਿੰਦੇ ਨੇ ਭਾਈ ਹੋਵੇ ਨਾ ਹੋਵੇ, ਇਹ ਕੁਝ ਨਾ ਕੁਝ ਇਹਨਾਂ ਦੇ ਵਿੱਚ ਕਰਾਮਾਤ ਹੈ ਕਿ ਜਿਨ੍ਹਾਂ ਨੂੰ ਇਹ ਸਜ਼ਾ ਦੇਣ ਲੱਗਾ ਹੈ, ਉਹ ਜਿਹੜੇ ਰਾਜੇ ਨੇ ਹੁਕਮ ਕੀਤਾ ਉਹ ਆਪ ਹੀ ਧਰਤੀ 'ਤੇ ਡਿੱਗ ਗਏ। ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ। ਵੈਦ ਹਕੀਮ ਕਹਿੰਦੇ ਨੇ ਹੈ ਕੁਝ ਨਹੀਂ। ਵੀ ਜੇ ਰਾਜੇ ਨੂੰ ਬਚਾਉਣਾ ਹੈ ਤਾਂ ਇਸ ਨੂੰ ਸਜ਼ਾ ਦੇਣ ਦੇ ਬਜਾਏ ਇਹਨੂੰ ਪ੍ਰਸੰਨ ਕਰ ਲਵੋ, ਖੁਸ਼ ਕਰ ਲਵੋ, ਇਹਨੂੰ ਮਨਾ ਲਵੋ। ਜੇ ਹੋ ਸਕਦਾ ਤਾਂ ਰਾਜੇ ਨੂੰ ਇਹ ਬਚਾ ਸਕਦਾ ਹੈ। ਸੁਣ ਕੈ ਸਭਨੇ ਨਿਸ਼ਚੈ ਧਰਿਓ, ਇਮਹਿ ਭਏ ਤਾਹੇ ਕਛ ਕਰਿਓ। ਇਹ ਸੁਣ ਕੇ ਸਾਰਿਆਂ ਨੂੰ ਵਿਸ਼ਵਾਸ ਹੋ ਗਿਆ ਕਿ ਗੱਲ ਤਾਂ ਇਸੇ ਤਰ੍ਹਾਂ ਬਣੀ। ਇਹ ਕੋਈ ਨਾ ਕੋਈ ਤਾਂ ਫਿਰ ਇਹਨਾਂ ਦੇ ਵਿੱਚ ਹੀ ਹੈ। ਭਾਈ ਕਲਿਆਣਾ ਜੀ ਵੱਲੇ ਹੱਥ ਕਰਕੇ ਕਹਿੰਦੇ ਨੇ ਇਹਨਾਂ ਵਿੱਚ ਕੋਈ ਤਾਕਤ ਹੈ। ਹੁਣ ਅੱਗੇ ਜਿਵੇਂ ਭਾਈ ਕਲਿਆਣਾ ਜੀ ਨੂੰ ਇਹਨਾਂ ਨੇ ਬੇਨਤੀਆਂ ਕਰਨੀਆਂ ਨੇ, ਔਰ ਇਹਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਹੋਈ ਹੈ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ